जय हिंद एंड अ वेरी वार्म वेलकम टू पंजाब सक्सेस मंत्रा। ਤੁਹਾਡੇ ਸਾਰਿਆਂ ਦਾ ਸਵਾਗਤ ਹੈ ਪੰਜਾਬ ਸਕਸੈਸ ਮੰਤਰਾ ਦੇ YouTube ਚੈਨਲ ਤੇ। ਅੱਜ ਦੇ ਇਸ ਸੈਸ਼ਨ ਵਿੱਚ ਅਸੀਂ ਡਿਸਕਸ ਕਰਾਂਗੇ ਇੱਕ ਇਕਨੋਮੀ ਤੋਂ ਰਿਲੇਟਡ ਕਰੰਟ ਅਫੇਅਰਸ ਵਿੱਚ ਜਿਹੜਾ ਇਸ਼ੂ ਚੱਲ ਰਿਹਾ ਹੈ, ਜਿਹਦੇ ਵਿੱਚ ਸਰਕਾਰ ਨੇ ਕਿਹਾ ਹੈ ਕਿ ਨਿਊ ਬੈਟਰੀ ਵੇਸਟ ਮੈਨੇਜਮੈਂਟ ਰੂਲਸ ਮੇਕ ਪ੍ਰੋਡਿਊਸ ਅਕਾਊਂਟੇਬਲ ਫॉर ਰੀਸਾਈਕਲਿੰਗ। ਤੇ ਇੱਥੇ ਇਕਨੋਮੀ ਦਾ ਇੱਕ ਕਨਸੈਪਟ ਜਿਹੜਾ ਹੈ ਉਹ ਇਨਵੋਲਵਡ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਸਰਕੂਲਰ ਇਕਨੋਮੀ, ਜਿਹਨੂੰ ਸਰਕਾਰ ਕਹਿ ਰਹੀ ਹੈ ਕਿ ਅਸੀਂ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। तो ਸਾਡੇ ਲਈ ਕੀ ਇੰਪੋਰਟੈਂਟ ਹੈ ਕਿ ਸਾਨੂੰ ਪਤਾ ਹੋਏ ਕਿ what do we mean by circular economy, ਬੈਨੀਫਿਟਸ ਕੀ ਨੇ, ਐਡਵਾਂਟੇजेस ਕੀ ਨੇ, ਤੇ ਅੱਗੇ ਇਹਦਾ ਕੰਕਲੂਜਨ ਕੀ ਨਿਕਲਦਾ ਹੈ ਕਿ ਸਰਕਾਰ ਜੇ ਇਦਾਂ ਦਾ ਕੰਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਉਹਦਾ ਕੀ ਸਾਨੂੰ ਫਾਇਦਾ ਮਿਲੇਗਾ, ਸਾਨੂੰ ਕੀ ਉਹਦਾ ਐਡਵਾਂਟੇਜ ਜਾਂ ਬੈਨੀਫਿਟ ਮਿਲੇਗਾ। ਸੋ ਲੈਟਸ ਸਟਾਰਟ, ਬਟ ਬਿਫੋਰ ਦੈਟ ਇੱਕ ਵਾਰੀ ਵੀਕਲੀ ਸ਼ਡਿਊਲ ਜਿਹੜਾ ਤੁਹਾਡਾ ਰਹਿੰਦਾ ਪੰਜਾਬ ਸਕਸੈਸ ਮੰਤਰਾ YouTube ਚੈਨਲ ਤੇ ਕਰੰਟ ਅਫੇਅਰਸ ਇਸ਼ੂਜ਼ ਤੇ MCQ ਰਿਵੀਜ਼ਨ ਸੀਰੀਜ਼ PCS ਲਈ ਇਹ ਸਾਰੇ ਇਨੀਸ਼ੀਏਟਿਵਸ ਤੁਸੀਂ ਆਈ ਹੋਪ ਇਹਦਾ ਫਾਇਦਾ ਚੱਕ ਰਹੇ ਹੋ। ਚਲੋ ਸਟਾਰਟ ਕਰਦੇ ਹਾਂ ਅੱਜ ਦਾ ਡਿਸਕਸ਼ਨ। ਇਸ਼ੂ ਕੀ ਹੈ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਸਰਕਾਰ ਜਿਹੜਾ ਹੈ ਰੀਸੈਂਟਲੀ ਅਨਾਉਂਸ ਕੀਤਾ ਸਰਕਾਰ ਨੇ ਬੈਟਰੀ ਵੇਸਟ ਮੈਨੇਜਮੈਂਟ ਰੂਲਸ 2022। ਇਹਨਾਂ ਚ ਨੋਟੀਫਾਈ ਸਰਕਾਰ ਨੇ ਜਿਹੜਾ ਕੀਤਾ ਹੈ, ਇਹਦੇ ਚ ਸਰਕਾਰ ਕਹਿ ਰਹੀ ਹੈ ਕਿ ਗਵਰਨਮੈਂਟ ਪ੍ਰੋਮਿਸਸ ਟੂ ਟ੍ਰਿਗਰ ਸਰਕੂਲਰ ਇਕਨੋਮੀ। ਹੁਣ ਕੁਐਸਚਨ ਇਹ ਹੈ ਕਿ ਬਈ ਇਹ ਸਰਕੂਲਰ ਇਕਨੋਮੀ ਜਿਹੜਾ ਹੈ, ਇਸ ਕਨਸੈਪਟ ਦਾ ਕੀ ਮਤਲਬ ਹੁੰਦਾ ਹੈ, ਵਾਟ ਡੂ ਵੀ ਅੰਡਰਸਟੈਂਡ ਬਾਈ ਦਿਸ ਕਨਸੈਪਟ। ਤੇ ਇਹ ਕਨਸੈਪਟ ਜਿਹੜਾ ਹੈ, ਦੇਖੋ ਦੋ ਇਹ ਕਹਿ ਲੋ ਡੋਮੇਨਸ ਵਿੱਚ ਤੁਹਾਡੇ ਫਾਲ ਕਰੇਗਾ। ਜੇ ਅਸੀਂ ਪੰਜਾਬ PCS ਦੀ ਗੱਲ ਕਰੀਏ ਸਿਲੇਬਸ ਦੇ ਹਿਸਾਬ ਨਾਲ, ਕਿ ਇੱਕ ਤਾਂ ਤੁਹਾਡਾ ਹੋ ਗਿਆ ਕਿ ਜਿਹੜਾ ਇਕਨੋਮੀ ਦਾ ਸੈਕਸ਼ਨ ਹੈ, ਇੱਕ ਜਿਹੜਾ ਤੁਹਾਡਾ এনवायरमेंट ਦਾ ਸੈਕਸ਼ਨ ਹੈ। ਇਹਨਾਂ ਦੋਵਾਂ ਦਾ ਤੁਸੀਂ ਕਹਿ ਲਿਓ ਕਿ ਇੱਕ ਤਰੀਕੇ ਨਾਲ ਸਾਂਝਾ ਇੱਥੇ ਕੰਮ ਕਰਨ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਸੋ ਲੈਟਸ ਗੈਟ ਸਟਾਰਟਡ। ਸਾਡਾ ਕੰਸਰਨ ਕੀ ਰਹੇਗਾ ਕਿ ਇਹ ਇਕਨੋਮੀ ਦਾ ਜੋ ਕਨਸੈਪਟ ਜਿਹੜਾ ਹੈ, ਇਹਨੂੰ ਇੱਥੇ ਸਮਝਣਾ। ਸੋ ਵੈਨ ਵੀ ਟਾਕ ਅਬਾਊਟ ਸਰਕੂਲਰ ਇਕਨੋਮੀ, ਇੱਕ ਇਦਾਂ ਦੀ ਇਸ ਤਰੀਕੇ ਦੀ ਇਕਨੋਮੀ ਦੀ ਗੱਲ ਕੀਤੀ ਜਾ ਰਹੀ ਹੈ ਇੱਥੇ ਸਰਕੂਲਰ ਇਕਨੋਮੀ ਦੇ ਕਨਸੈਪਟ ਵਿੱਚ, ਕਿ ਜਿੱਥੇ ਜਿੰਨੀ ਵੀ ਫਾਰਮਸ ਦੇ ਵੇਸਟ ਪ੍ਰੋਡਕਟਸ ਨੇ ਜਾਂ ਫਿਰ ਜੋ ਵੀ ਵੇਸਟੇਜ ਕ੍ਰੀਏਟ ਹੋ ਰਹੀ ਹੈ ਇਕਨੋਮੀ ਵਿੱਚ, ਉਹ ਸਾਰੀ ਵੇਸਟੇਜ ਨੂੰ ਅਸੀਂ ਇਕਨੋਮੀ 'ਚ ਹੀ ਰਿਟਰਨ ਕਰ ਰਹੇ ਹਾਂ। ਕਹਿਣ ਦਾ ਮਤਲਬ ਕੀ ਹੈ ਕਿ ਉਹਨੂੰ ਅਸੀਂ ਸੁੱਟ ਨਹੀਂ ਰਹੇ, ਅਸੀਂ ਡਿਸਕਾਰਡ ਨਹੀਂ ਕਰ ਰਹੇ। ਵੀ ਆਰ ਨਾਟ ਡਿਸਕਾਰਡਿੰਗ ਦੈਟ ਵੇਸਟ, we are trying to reuse that waste, we are trying to return that waste to the economy। ਇਹ ਸਾਡਾ ਮਤਲਬ ਹੈ ਇੱਥੇ, ਤੇ ਅਸੀਂ ਉਹਨੂੰ ਹੋਰ ਜ਼ਿਆਦਾ ਐਫੀਸ਼ੀਐਂਟ ਤਰੀਕੇ ਨਾਲ ਯੂਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਦੈਟ ਇਜ਼ ਭਾਵੇਂ ਕਲੋਥਸ ਹੋਣ, ਭਾਵੇਂ ਸਕ੍ਰੈਪ ਹੋਵੇ, ਭਾਵੇਂ ਮੈਟਲ ਹੋਏ, ਭਾਵੇਂ ਕੋਈ ਵੀ ਇਲੈਕਟ੍ਰੋਨਿਕ ਆਈਟਮਸ ਹੋਣ ਜਿਹੜੀ ਕਿ ਆਬਸੋਲੀਟ ਹੋ ਰਹੀਆਂ ਨੇ। ਫॉर एग्जांपल ਤੁਹਾਡਾ ਕੀ ਹੋ ਸਕਦਾ ਹੈ, ਇਹਦੇ ਚ ਲੈਪਟਾਪ ਹੋ ਸਕਦਾ ਹੈ, ਤੁਹਾਡਾ ਪਰਸਨਲ ਕੰਪਿਊਟਰ ਜਾਂ ਫਿਰ ਡੈਸਕਟਾਪ ਹੋ ਸਕਦਾ ਹੈ, ਜਾਂ ਫਿਰ ਮੋਬਾਈਲ ਫੋਨਸ ਹੋ ਸਕਦੇ ਨੇ, ਕੋਈ ਵੀ ਇਦਾਂ ਦੀ ਆਈਟਮ, ਟੀਵੀਜ਼ ਹੋ ਸਕਦੇ ਨੇ, LEDs ਹੋ ਸਕਦੇ ਨੇ, ਬੈਟਰੀਜ਼ ਹੋ ਸਕਦੀਆਂ ਨੇ, ਜਿਹੜਾ ਸਾਡਾ ਅੱਜ ਦਾ ਡਿਸਕਸ਼ਨ ਹੈ ਜਿਹਦੇ ਉੱਤੇ, ਰਾਈਟ। ਸੋ ਆਲ ਥੀਸ ਥਿੰਗਸ, ਇਹਦੇ ਵਿੱਚੋਂ ਅਸੀਂ ਕੀ ਕਰ ਰਹੇ ਹਾਂ ਕਿ ਜੋ ਵੀ ਐਕਸਟ੍ਰੈਕਟ ਕੀਤਾ ਜਾ ਸਕਦਾ ਹੈ ਉਹਨੂੰ ਅਸੀਂ ਐਕਸਟ੍ਰੈਕਟ ਕਰ ਲਈਏ ਤੇ ਉਹਨੂੰ ਰੀਯੂਜ਼ ਕਰੀਏ ਇਕਨੋਮੀ ਵਿੱਚ, ਉਹਨੂੰ ਅਸੀਂ ਡਿਸਕਾਰਡ ਨਾ ਕਰੀਏ ਜਾਂ ਫਿਰ ਉਹਨੂੰ ਅਸੀਂ ਸੁੱਟੀਏ ਨਾ, ਰਾਈਟ। ਸੋ ਇਨ ਪ੍ਰੈਕਟਿਸ ਅਸੀਂ ਕੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਰਿਡਿਊਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਵੇਸਟ ਟੂ ਅ ਮਿਨੀਮਮ ਲੈਵਲ। ਕਿ ਇਹ ਤਾਂ ਸਾਡੇ ਉੱਤੇ ਹੈ ਕਿ ਕਿੰਨਾ ਅਸੀਂ ਵੇਸਟ ਜਿਹੜਾ ਹੈ ਉਹਨੂੰ ਰੀਸਾਈਕਲ ਕਰਨ ਦੀ ਕੋਸ਼ਿਸ਼ ਕਰੀਏ, ਕਿੰਨਾ ਉਹਨੂੰ ਅਸੀਂ ਮਿਨੀਮਾਈਜ਼ ਕਰਨ ਦੀ ਕੋਸ਼ਿਸ਼ ਕਰੀਏ, ਕਿ ਅਸੀਂ ਇਸ ਵੇਸਟ ਵਿੱਚੋਂ ਵੀ ਕੁਝ ਕੱਢ ਕੇ ਉਹਨੂੰ ਇਕਨੋਮੀ 'ਚ ਰਿਟਰਨ ਕਰ ਰਹੇ ਹਾਂ। ਤੇ ਇਹ ਕੀ ਹੋ ਗਿਆ, ਇੱਕ ਤਰੀਕੇ ਨਾਲ ਸਰਕੂਲਰ ਫਲੋ ਜਿਹੜਾ ਇੱਥੇ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਠੀਕ ਹੈ, ਡਾਇਗਰਾਮ ਦੇਖਾਂਗੇ ਹਲੇ, ਬਟ ਇੱਥੇ ਅਸੀਂ ਕੀ ਕਹਿ ਰਹੇ ਹਾਂ ਕਿ ਅਸੀਂ ਪ੍ਰੋਵਾਈਡ ਕਰ ਰਹੇ ਹਾਂ ਇੱਕ ਤਰੀਕਾ ਜਿੱਥੇ ਨਾਟ ਜਸਟ ਵੀ ਆਰ ਟ੍ਰਾਈਂਗ ਟੂ ਪ੍ਰੋਟੈਕਟ ਦੀ এনवायरमेंट, ਕਿ ਦੇਖੋ ਜਿੰਨਾ ਵੇਸਟੇਜ ਰਿਡਿਊਸ ਹੋਏਗੀ, ਜਿੰਨਾ ਤੁਸੀਂ ਰੀਯੂਜ਼ ਕਰੋਗੇ ਚੀਜ਼ਾਂ ਨੂੰ, ਰਿਸੋਰਸਸ ਨੂੰ, ਉਹਨਾਂ ਰਿਸੋਰਸਸ ਜਿਹੜੀਆਂ ਨੇ ਕੀ ਹੋਣਗੀਆਂ, ਵੇਸਟੇਜ ਮਿਨੀਮਾਈਜ਼ ਹੋਏਗੀ ਤੇ এনवायरमेंट ਤੇ ਉਹਦਾ ਲੋਡ ਘੱਟ ਪਏਗਾ। ਕਹਿਣ ਦਾ ਮਤਲਬ ਕੀ ਹੈ ਕਿ ਜੋ ਵੀ ਤੁਸੀਂ ਐਕਸਟ੍ਰੈਕਟ ਕਰ ਰਹੇ ਹੋ, ਭਾਵੇਂ ਮੈਟਲਸ ਨੇ, ਭਾਵੇਂ ਹੋਰ ਰਿਸੋਰਸਸ ਨੇ ਜਿਹੜੇ ਅਰਥ ਚੋਂ ਅਸੀਂ ਐਕਸਟ੍ਰੈਕਟ ਕਰਕੇ ਯੂਜ਼ ਕਰਦੇ ਆ, ਜੇ ਅਸੀਂ ਤਰੀਕੇ ਨਾਲ ਯੂਜ਼ ਕਰੀਏ, ਜੇ ਅਸੀਂ ਵੇਸਟੇਜ ਮਿਨੀਮਾਈਜ਼ ਕਰੀਏ ਤੇ ਅਸੀਂ এনवायरमेंट ਨੂੰ ਵੀ ਹੋਰ ਪ੍ਰੋਟੈਕਟ ਕਰ ਸਕਦੇ ਹਾਂ। ਵੀ ਕੈਨ ਪੁੱਟ ਲੈਸ ਪ੍ਰੈਸ਼ਰ ਔਨ ਦੀ এনवायरमेंट, ਰਾਈਟ, ਐਂਡ ਵੀ ਕੈਨ ਯੂਜ਼ ਨੈਚੁਰਲ ਰਿਸੋਰਸਸ ਮੋਰ ਵਾਈਜ਼ਲੀ, ਹੋਰ ਸਮਝਦਾਰੀ ਨਾਲ ਅਸੀਂ ਇਹਨੂੰ ਯੂਜ਼ ਕਰ ਸਕਦੇ ਹਾਂ। ਤੇ ਇੱਥੇ ਡਾਇਗਰਾਮ ਕੀ ਦਿਖਾ ਰਿਹਾ ਕਿ ਰੀਯੂਜ਼ ਤੋਂ ਬਾਅਦ ਰੀਸਾਈਕਲ, ਪ੍ਰੋਡਕਸ਼ਨ, ਡਿਸਟ੍ਰੀਬਿਊਸ਼ਨ ਐਂਡ ਕੰਜ਼ੰਪਸ਼ਨ, ਕਿ ਤੁਸੀਂ ਕੰਜ਼ੰਪਸ਼ਨ ਤੇ ਕਰ ਰਹੇ ਹੋ ਬਟ ਕੰਜ਼ੰਪਸ਼ਨ ਤੋਂ ਬਾਅਦ ਤੁਸੀਂ ਉਸ ਚੀਜ਼ ਨੂੰ ਡਿਸਕਾਰਡ ਨਹੀਂ ਕਰ ਰਹੇ। ਡਿਸਕਾਰਡ ਦਾ ਮਤਲਬ ਕੀ ਹੋ ਗਿਆ, ਤੁਸੀਂ ਉਹਨੂੰ ਫਾਈਨਲੀ ਜੰਕ ਵਿੱਚ ਨਹੀਂ ਸੁੱਟ ਰਹੇ, ਤੁਸੀਂ ਉਹਨੂੰ ਕੀ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਰੀਯੂਜ਼, ਰਿਪੇਅਰ, ਰੀਸਾਈਕਲ। ਇਹੀ ਕਨਸੈਪਟ ਜਿਹੜਾ ਹੈ ਬ੍ਰੌਡਲੀ ਡਿਫਾਈਨ ਕਰਦਾ ਹੈ ਕਿਹਨੂੰ, ਸਰਕੂਲਰ ਇਕਨੋਮੀ ਨੂੰ। ਠੀਕ ਹੈ ਜੀ, ਕੀ ਗੱਲ ਕਰ ਰਹੇ ਹਾਂ ਅਸੀਂ ਕਿ ਜਿਹੜੀ ਇਦਾਂ ਦੀ ਮਾਰਕੀਟਸ ਨੇ ਜਿਹੜੀ ਇਨਸੈਂਟੀਵਾਈਜ਼ ਕਰਦੀਆਂ ਨੇ ਪ੍ਰੋਡਕਟਸ ਦੀ ਰੀਯੂਜ਼ੇਜ ਨੂੰ। ਇਨਸੈਂਟੀਵਾਈਜ਼ ਕਿਵੇਂ, ਕਿ ਤੁਸੀਂ ਹੋ ਸਕਦਾ ਕੋਈ ਟੈਕਸ ਰਿਬੇਟ ਦੇ ਦਿਓ, ਕੋਈ ਸਪੋਰਟ ਮੈਕੈਨਿਜ਼ਮ ਦੇ ਦਿਓ ਉਹਨਾਂ ਨੂੰ, ਰਾਈਟ। ਜਿਹੜਾ ਕਿ ਗਵਰਨਮੈਂਟ ਇੱਥੇ ਬੈਟਰੀ ਮੈਨੇਜਮੈਂਟ ਰੂਲ ਜਿਹੜੇ 2022 ਦੇ ਨੋਟੀਫਾਈ ਕੀਤੇ ਨੇ ਉਹਨਾਂ ਵਿੱਚ ਕਰਨ ਦੀ ਕੋਸ਼ਿਸ਼ ਵੀ ਕਰ ਰਹੀ ਹੈ। ਸੋ ਰਾਦਰ ਦੈਨ ਕਿ ਅਸੀਂ ਸਕ੍ਰੈਪ ਕਰ ਦਈਏ ਉਹਨਾਂ ਨੂੰ ਐਂਡ ਐਕਸਟ੍ਰੈਕਟ ਕਰੀਏ ਨਵੇਂ ਰਿਸੋਰਸਸ, ਤੇ ਉਹਦੇ ਨਾਲ ਅਸੀਂ ਨਿਊ ਪ੍ਰੋਡਕਟਸ ਜਿਹੜੇ ਨੇ ਉਹਨਾਂ ਨੂੰ ਕ੍ਰੀਏਟ ਕਰੀਏ, ਦੈਟ ਇਜ਼ ਨਾਟ ਦ ਕੇਸ ਹੇਅਰ। ਨਿਊ ਪ੍ਰੋਡਕਟਸ ਨਹੀਂ, ਅਸੀਂ ਪੁਰਾਣੇ ਨੂੰ ਹੀ ਰੀਯੂਜ਼, ਰਿਪੇਅਰ, ਰੀਸਾਈਕਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਤੇ ਲਾਈਫ ਸਾਈਕਲ ਕੀ ਹੈ ਇੱਥੇ,
ਲਾਈਫ ਸਾਈਕਲ ਜਿਹੜੀ ਹੈ ਪ੍ਰੋਡਕਟਸ ਦੀ ਉਹਨੂੰ ਅਸੀਂ ਐਕਸਟੈਂਡ ਕਰ ਰਹੇ ਹਾਂ, ਉਹਨੂੰ ਅਸੀਂ ਇਨਕਰੀਜ਼ ਕਰ ਰਹੇ ਹਾਂ। ਕਿਉਂ? ਪਹਿਲਾਂ ਹੋ ਸਕਦਾ ਤੁਸੀਂ ਮੰਨ ਲਓ 2 ਸਾਲ ਲੈਪਟਾਪ ਯੂਜ਼ ਕੀਤਾ ਹੈ, ਬੈਟਰੀ ਯੂਜ਼ ਕੀਤੀ, ਉਸ ਤੋਂ ਬਾਅਦ ਤੁਸੀਂ ਉਹਨੂੰ ਸਕ੍ਰੈਪ ਕਰਤਾ, ਤੇ ਅਸੀਂ ਇੱਥੇ ਸਕ੍ਰੈਪ ਨਹੀਂ ਕਰ ਰਹੇ ਉਹਨੂੰ, ਅਸੀਂ ਉਹਨੂੰ ਇੱਥੇ ਰੀਯੂਜ਼ ਕਰਾਂਗੇ। ਵੀ ਵਿਲ ਟਰਾਈ ਟੂ ਐਕਸਟ੍ਰੈਕਟ ਵਟਐਵਰ ਕੈਨ ਬੀ ਐਕਸਟ੍ਰੈਕਟਡ ਫਰਮ दैट ਬੈਟਰੀ ਔਰ ਫਰਮ दैट ਪ੍ਰੋਡਕਟ, ਰਾਈਟ। ਇਹ ਦੇਖੋ ਜਿਹੜਾ ਇਹ ਡਾਇਗਰਾਮ ਹੈ, 2 ਸਰਕਲਸ ਨੇ ਇੱਥੇ। ਇੱਕ ਤਾਂ ਇਹ ਸਰਕਲ ਹੈ ਜਿਹੜਾ ਕਹਿ ਰਿਹਾ ਰਿਡਿਊਸ, ਰੀਯੂਜ਼, ਰੀਮੈਨੂਫੈਕਚਰ ਤੇ ਰੀਸਾਈਕਲ। ਰੀਮੈਨੂਫੈਕਚਰ ਕਹਿਣ ਦਾ ਮਤਲਬ ਹੈ ਕਿ ਉਸੇ ਪ੍ਰੋਡਕਟ ਵਿੱਚੋਂ ਜੋ ਵੀ ਰॉ ਮਟੀਰੀਅਲ ਜਾਂ ਫਿਰ ਜਿਹੜਾ ਵੀ ਵੇਸਟ ਜਾਂ ਫਿਰ ਜਿਹੜਾ ਵੀ ਮਟੀਰੀਅਲ ਹਾਲੇ ਵੀ ਯੂਜ਼ ਕੀਤਾ ਜਾ ਸਕਦਾ ਹੈ, ਉਸ ਮਟੀਰੀਅਲ ਨੂੰ ਤੁਸੀਂ ਕੀ ਕਰੋ, ਐਕਸਟ੍ਰੈਕਟ ਕਰ ਲਓ। ਐਕਸਟ੍ਰੈਕਟ ਕਰਨ ਤੋਂ ਬਾਅਦ ਯੂਜ਼ਿੰਗ दैट ਮਟੀਰੀਅਲ ਯੂ ਕੈਨ ਰੀਮੈਨੂਫੈਕਚਰ ਦ ਥਿੰਗ। ਜਿਵੇਂ ਕਿ ਬੈਟਰੀ ਵਿੱਚੋਂ ਮੈਟਲਸ ਕੱਢੇ ਜਾ ਸਕਦੇ ਨੇ, ਰਾਈਟ। ਉਸ ਮੈਟਲ ਨੂੰ ਯੂਜ਼ ਕਰਕੇ ਅਗੇਨ ਤੁਸੀਂ ਕੀ ਰੀਮੈਨੂਫੈਕਚਰ ਕਰ ਸਕਦੇ ਹੋ, ਬੈਟਰੀ ਨੂੰ ਰੀਮੈਨੂਫੈਕਚਰ ਕਰ ਸਕਦੇ ਹੋ। दैट इज व्हाट द टर्म रीमैन्युफैक्चर हेयर मीन्स। आउटर सर्कल शोज कि भाई ये ਜਿਹੜੇ ਬੈਨੀਫਿਟਸ ਨੇ ਬਹੁਤ ਜ਼ਿਆਦਾ ਨੇ, ਠੀਕ ਹੈ। ਹਰ ਤਰੀਕੇ ਦੇ ਪ੍ਰੋਡਕਟ ਨੂੰ ਤੁਸੀਂ ਸਰਕੂਲਰ ਇਕਨੋਮੀ ਦੇ ਨਾਲ ਐਸੋਸੀਏਟ ਕਰ ਸਕਦੇ ਹੋ ਕਿ ਸਰਕੂਲਰ ਜਿਹੜੀ ਇਕਨੋਮੀ ਹੈ ਉਹਦੇ ਵਿੱਚ ਆਲਮੋਸਟ ਐਵਰੀ ਗੁੱਡਸ ਨੂੰ ਤੁਸੀਂ ਇਨਕਲੂਡ ਕਰ ਸਕਦੇ ਹੋ, ਜਿੱਦਾਂ ਕਿ ਬਾਈ ਪ੍ਰੋਡਕਟ, ਸਟੀਲ, ਵਾਟਰ, ਕਾਰ ਡੋਰਸ, ਮਸ਼ੀਨ ਟੂਲਸ, ਇੰਜਨਸ, ਵਿੰਡ ਟਰਬਾਈਨਸ, ਇਲੈਕਟ੍ਰਿਕ ਮੋਟਰਸ, ਫਰਨੀਚਰ ਜਿਹੜਾ ਹੈ, ਬ੍ਰਿਜਸ ਜਿਹੜੇ ਨੇ, ਬਿਲਡਿੰਗਸ ਨੇ, ਪੈਕੇजिंग ਮਟੀਰੀਅਲ, ਗੱਡੀਆਂ, ਕੋਈ ਵੀ એનર્ਜੀ ਮਟੀਰੀਅਲ, ਰॉ ਮਟੀਰੀਅਲ, ਐਪਲੀਕੇਸ਼ਨ ਵੇਟ, ਰੇਲ ਟਰੈਕਸ, ਸਾਰਿਆਂ ਨੂੰ ਅਸੀਂ ਯੂਜ਼ ਕਰਕੇ ਜਾਂ ਸਾਰਿਆਂ ਨੂੰ ਅਸੀਂ ਰੀਯੂਜ਼ ਕਰ ਸਕਦੇ ਹਾਂ, ਸਾਰਿਆਂ ਨੂੰ ਅਸੀਂ ਰੀਸਾਈਕਲ ਕਰ ਸਕਦੇ ਹਾਂ। ਸੋ एफिशिएंसी, जॉब क्रिएशन, CO2 एमिशन रिडक्शन, ये सारा की बाहर वाला सर्कल की दिखा रहे हैं कि इस तो फायदा की होएगा ਤੁਹਾਨੂੰ, राइट। बेनिफिट्स ਅਸੀਂ डिस्कस ਕਰਦੇ ਹਾਂ ਕਿ ਸਰਕੂਲਰ ਇਕਨੋਮੀ ਜਿਹੜਾ ਨਿਊਜ਼ ਵਿੱਚ ਹੈ ਹਲੇ ਕਿ ਰੀਸਾਈਕਲ ਮਟੀਰੀਅਲ ਜਿਹੜਾ ਹੈ ਇਹ ਚੀਪਰ ਹੋਏਗਾ ਹਮੇਸ਼ਾ। ਫਰੈਸ਼ ਆਊਟਪੁੱਟ ਜਿਹੜਾ ਤੁਸੀਂ ਮਾਈਨਸ ਤੋਂ ਕੱਢ ਕੇ ਲਿਆਓਗੇ। ਬੈਟਰੀ ਨੂੰ ਬਣਾਉਣ ਦੀ ਗੱਲ ਹੋ ਰਹੀ ਹੈ ਤੇ ਉਹਦੇ ਲਈ ਤੁਹਾਨੂੰ ਯੂ ਨੀਡ ਸਮ ਕਾਈਂਡ ਆਫ ਰॉ ਮਟੀਰੀਅਲ ਜਿਹੜਾ ਕਿ ਜਦੋਂ ਤੁਸੀਂ ਮਾਈਨਸ ਤੋਂ ਫਰੈਸ਼ ਲੈ ਕੇ ਆਓ, ਇਹਦੀ ਜਿਹੜੀ ਕਾਸਟ ਹੋਏਗੀ ਉਹ ਕੀ ਹੋਏਗੀ, ਜ਼ਿਆਦਾ ਹੋਏਗੀ ਕੰਪੇਅਰ ਟੂ ਜਿਹੜਾ ਤੁਸੀਂ ਰੀਯੂਜ਼ ਕਰ ਰਹੇ ਹੋ ਮਟੀਰੀਅਲ ਨੂੰ, ਤੇ ਉੱਥੇ ਤੁਸੀਂ ਕਾਸਟ ਨੂੰ ਹੋਰ ਕੰਪੀਟੀਟਿਵ ਕਰ ਸਕਦੇ ਹੋ। ਤੇ ਮੈਟਲ ਜਿਹੜਾ ਪ੍ਰੈਜ਼ੈਂਟ ਹੋਏਗਾ ਬੈਟਰੀਜ਼ ਵਿੱਚ, ਬਲੈਕ ਮਾਸ ਵਿੱਚ, ਇਹ ਕੀ ਹੈ, ਇੱਕ ਇੰਟਰਮੀਡੀਏਟ ਪ੍ਰੋਡਕਟ ਹੈ ਜਿਹਨੂੰ ਰੀਸਾਈਕਲ ਕਰਨ ਤੋਂ ਬਾਅਦ ਬੈਟਰੀ ਨੂੰ ਅਸੀਂ ਡਿਰਾਈਵ ਕਰ ਸਕਦੇ ਹਾਂ, ਆਬਟੇਨ ਕਰ ਸਕਦੇ ਹਾਂ। ਕਹਿਣ ਦਾ ਮਤਲਬ ਹੈ ਜਿਹੜੀ ਪੁਰਾਣੀ ਹੋ ਗਈ ਹੈ ਬੈਟਰੀ, ਜਿਹੜੀ ਹੁਣ ਪਰਫਾਰਮ ਨਹੀਂ ਕਰ ਰਹੀ, ਉਸ ਬੈਟਰੀ ਨੂੰ ਅਸੀਂ ਕੀ ਕਰ ਸਕਦੇ ਹਾਂ, ਉਹਦੇ ਵਿੱਚੋਂ ਐਕਸਟ੍ਰੈਕਟ ਕਰ ਸਕਦੇ ਹਾਂ ਇਸ ਇੰਟਰਮੀਡੀਏਟ ਪ੍ਰੋਡਕਟ ਨੂੰ ਜਿਹੜਾ ਕੀ ਹੈ ਮੈਟਲਸ ਉਹਦੇ ਵਿੱਚ ਪ੍ਰੈਜ਼ੈਂਟ ਨੇ, ਤੇ ਇਹਨੂੰ ਯੂਜ਼ ਕਰਕੇ ਅਸੀਂ ਅਗਲੀ ਬੈਟਰੀ ਨੂੰ ਰੀਮੈਨੂਫੈਕਚਰ ਜਾਂ ਫਿਰ ਮੈਨੂਫੈਕਚਰ ਕਰ ਸਕਦੇ ਹਾਂ। ਤੇ ਜਿਹੜੀਆਂ ਇਹ ਬੈਟਰੀਜ਼ ਨੇ ਦੇ ਆਲਸੋ ਕੰਟੇਨ ਬੈਟਰੀ ਗ੍ਰੇਡ ਮਟੀਰੀਅਲ ਦੈਟ ਡਸ ਨਾਟ ਰਿਕੁਆਇਰ ਕੰਪਲੈਕਸ ਐਕਸਟ੍ਰੈਕਸ਼ਨ ਪ੍ਰੋਸੈਸ। ਮਤਲਬ ਕਹਿੰਦਾ ਇੱਥੇ ਹੈ ਕਿ ਉਹਨੂੰ ਕੱਢਣਾ ਉਹਦੇ ਵਿੱਚੋਂ ਸੌਖਾ ਹੈ। ਯੂ ਡੋਂਟ ਨੀਡ ਅ ਵੈਰੀ ਕੰਪਲੈਕਸ ਪ੍ਰੋਸੈਸ। ਇੰਨਾ ਲੰਬਾ ਚੌੜਾ ਕੋਈ ਸਿਰਦਰਦੀ ਵਾਲਾ ਕੰਮ ਨਹੀਂ ਹੈ, ਸਿੰਪਲ ਜਿਹਾ ਕੰਮ ਹੈ। ਐਕਸਟ੍ਰੈਕਟ ਕਰ ਲਓ ਉਸ ਚੋਂ, ਸੁੱਟਣ ਤੋਂ ਪਹਿਲਾਂ, ਰਾਈਟ, ਕੰਪਲੀਟਲੀ ਡਿਸਕਾਰਡ ਜਾਂ ਫਿਰ ਸਕ੍ਰੈਪ ਕਰਨ ਤੋਂ ਪਹਿਲਾਂ, ਤੇ ਇਨਸ਼ੋਰ ਕਰੋ ਕਿ ਤੁਸੀਂ ਉਹਨੂੰ ਕੀ ਕਰ ਰਹੇ ਹੋ, ਰੀਯੂਜ਼ ਕਰ ਰਹੇ ਹੋ, ਤੇ ਆਪਣੀ ਕਾਸਟ ਨੂੰ ਵੀ ਰਿਡਿਊਸ ਕਰ ਰਹੇ ਹੋ। ਦ ਕਾਸਟ ਵਿਲ ਬੀ ਮੋਰ, ਵੀ ਕੈਨ ਸੇ ਕੰਪੀਟੀਟਿਵ। ਕੰਪੀਟੀਟਿਵ ਦਾ ਮਤਲਬ ਕਿ ਜੇ ਅਸੀਂ ਨਵੀਂ ਬੈਟਰੀ ਬਣਾਈਏ, ਉਹ ਹੋ ਸਕਦਾ ਹੈ ਕਿ ਮੰਨ ਲਓ ਕਿਤੇ ਕਿੰਨਾ 10,000 ਦੀ ਹੋਵੇ, ਠੀਕ ਹੈ। ਇਹ ਜਿਹੜੀ ਬੈਟਰੀ ਹੈ ਦਿਸ ਕੈਨ ਕਾਸਟ ਅਰਾਊਂਡ 7,000 ਔਰ 6,000 ਰੁਪੀਜ਼। ਸੋ ਦੈਟ ਵਿਲ ਬੀ ਕਾਸਟ ਕੰਪੀਟੀਟਿਵਨੈਸ ਆਲਸੋ, ਠੀਕ ਹੈ ਜੀ। ਤੇ ਆ ਹੋ ਗਿਆ ਤੁਹਾਡਾ ਬੈਟਰੀ ਦਾ ਜਿਹੜਾ ਇੱਥੇ ਸਰਕਾਰ ਗੱਲ ਕਰ ਰਹੀ ਹੈ ਕਿ ਬੈਟਰੀ ਚੋਂ ਅਸੀਂ ਡਿਜ਼ਾਈਨ, ਪ੍ਰੋਡਕਸ਼ਨ, ਰੀਮੈਨੂਫੈਕਚਰਿੰਗ, ਡਿਸਟ੍ਰੀਬਿਊਸ਼ਨ, ਕੰਜ਼ੰਪਸ਼ਨ, ਕਲੈਕਸ਼ਨ ਤੇ ਰੀਸਾਈਕਲਿੰਗ, ਤੇ ਬਾਕੀ ਜਿਹੜਾ ਵੇਸਟ ਹੈ ਜਿਹੜਾ ਬਿਲਕੁਲ ਹੀ ਜਮਾ ਹੀ ਖਰਾਬ ਹੋ ਗਈ ਚੀਜ਼, ਉਹਨੂੰ ਅਸੀਂ ਕੀ ਕਹਿ ਸਕਦੇ ਹਾਂ, ਰੈਜ਼ੀਡੂਅਲ ਵੇਸਟ, ਰਾਈਟ। ਤੇ ਇਹ ਹੋ ਗਿਆ ਇੱਕ ਤਰੀਕੇ ਨਾਲ ਤੁਹਾਡਾ ਕਨਸੈਪਟ ਕਿਹਦਾ, ਸਰਕੂਲਰ ਇਕਨੋਮੀ ਦਾ। ਹੁਣ ਦੇਖਦੇ ਹਾਂ ਕਿ ਇਹਦੇ ਬੈਨੀਫਿਟਸ ਕੀ ਨੇ। ਦੇਖੋ ਕਈ ਸਾਰੇ ਬੈਨੀਫਿਟਸ ਨੇ ਕਿ ਪਹਿਲੀ ਗੱਲ ਤੇ ਹੈ ਕਿ ਤੁਸੀਂ ਵੇਸਟ ਜਿਹੜਾ ਹੈ, ਵੇਸਟ ਪ੍ਰੀਵੈਂਸ਼ਨ ਦੇ ਜਿਹੜੇ ਮੈਜਰਸ ਨੇ, ਹੈ ਨਾ, ਇਕੋ ਡਿਜ਼ਾਈਨ ਐਂਡ ਰੀਯੂਜ਼, ਇਹ ਸੇਵ ਕਰਦੇ ਨੇ ਮਨੀ। ਤੇ ਪਹਿਲੀ ਜਿਹੜੀ ਗੱਲ ਹੈ, ਕੰਪਨੀਆਂ ਨੂੰ ਹਮੇਸ਼ਾ ਕੀ ਹੁੰਦਾ ਹੈ ਕਿ ਉਹਨਾਂ ਦੇ ਜਿਹੜੇ ਪ੍ਰੋਫਿਟਸ ਨੇ, whatever profits are earning or the companies generating, ਉਹਨਾਂ ਨੂੰ ਹੁੰਦਾ ਕਿ ਯਾਰ ਸਾਡੇ ਪ੍ਰੋਫਿਟਸ ਜਿਹੜੇ ਨੇ ਨਾ ਉਹ ਇਨਕਰੀਜ਼ ਕਰਦੇ ਚਾਹੀਦੇ, ਉਹ ਇਨਕਰੀਜ਼ ਹੋਣੇ ਚਾਹੀਦੇ ਨੇ, ਕਨਸਟੈਂਟ ਜਾਂ ਫਿਰ ਰਿਡਿਊਸ ਨਾ ਹੋਣ, ਤੇ ਉਹਦੇ ਵਿੱਚ ਵੀ ਕੰਪਨੀਆਂ ਵਿਲ ਸੇਵ that money, right। then it will also reduce total annual greenhouse emissions, ਉਹਦੇ ਲਈ ਵੀ ਫਾਇਦਾ ਹੈ। ਮਤਲਬ ਕਿ ਇਕਨੋਮੀ ਦੇ ਨਾਲ ਨਾਲ ਤੁਸੀਂ ਦੇਖੋ এনवायरमेंट ਵਿੱਚ ਵੀ ਫਾਇਦਾ ਹੈ। ਜੇ ਅਸੀਂ ਇਕਨੋਮੀ ਦੇ ਹਿਸਾਬ ਨਾਲ ਦੇਖੀਏ ਤਾਂ ਤੇ ਫਾਇਦਾ ਹੈ ਹੀ ਹੈ, ਯੂ ਆਰ ਸੇਵਿੰਗ ਮਨੀ, ਯੂ ਆਰ ਆਲਸੋ ਸੇਵਿੰਗ ਦ harm to the environment। then further ease of doing business ਨੂੰ ਵੀ improve ਕਰੇਗਾ। ਉਸ ਦੇ ਨਾਲ ਨਾਲ more durable and innovative products ਤੁਸੀਂ ਕੱਢ ਕੇ ਲਿਆ ਸਕਦੇ ਹੋ, ਉਸ ਨੂੰ ਰੀਯੂਜ਼ ਕਰਕੇ, ਰੀਮੈਨੂਫੈਕਚਰ ਕਰਕੇ, ਕੋਈ ਨਵੀਂ ਉਹਦੇ ਚ ਮੰਨ ਲਓ ਕਿ
ਟੈਕਨੀਕ ਨੂੰ ਜੇ ਤੁਸੀਂ ਇਜਾਦ ਕਰਦੇ ਹੋ ਤੇ ਰਾਈਟ, ਸੋ ਇਟ ਵਿਲ ਇਨਕਰੀਜ਼ ਦ ਕੁਆਲਿਟੀ ਆਫ ਲਾਈਫ, ਸੇਵ ਦ ਮਨੀ ਇਨ ਦ ਲੌਂਗ ਟਰਮ। ਜੇ ਅਸੀਂ ਸੋਚੀਏ ਕਿ ਇੰਨਾ ਜ਼ਿਆਦਾ, ਤੁਸੀਂ ਦੇਖੋ ਸਾਲ ਦਰ ਸਾਲ ਅਸੀਂ ਕਿੰਨਾ ਵੇਸਟੇਜ ਕਰਦੇ ਹਾਂ, ਕਿੰਨੀ ਚੀਜ਼ਾਂ ਨੂੰ ਡਿਸਕਾਰਡ ਕਰਦੇ ਹਾਂ, ਸਕ੍ਰੈਪ ਕਰਦੇ ਹਾਂ, ਤੇ ਜੇ ਅਸੀਂ ਰੀਯੂਜ਼ ਕਰੀਏ ਤੇ ਰੀਯੂਜ਼ ਕਰਨ ਤੋਂ ਲੌਂਗ ਟਰਮ ਚ ਵੀ ਕੈਨ ਹੈਵ ਮਲਟੀਪਲ ਬੈਨੀਫਿਟਸ, ਰਾਈਟ। ਸੋ ਥੀਸ ਆਰ ਆਲ ਦੀ ਡਿਫਰੈਂਟ ਬੈਨੀਫਿਟਸ, ਦੈਟ ਇਜ਼ ਇੰਕਰੀਜ਼ਿੰਗ ਕੰਪੀਟੀਟਿਵਨੈਸ, ਉਸ ਤੋਂ ਇਲਾਵਾ ਰਿਡਿਊਸਿੰਗ ਪ੍ਰੈਸ਼ਰ ਔਨ ਦੀ ਇਨਵਾਇਰਨਮੈਂਟ, ਇੰਪਰੂਵਿੰਗ ਦ ਸਿਕਿਉਰਿਟੀ ਆਫ ਸਪਲਾਈ ਆਫ ਰॉ ਮਟੀਰੀਅਲਸ। ਦੇਖੋ ਜੇ ਅਸੀਂ ਇਹ ਕਹੀਏ ਕਿ ਨਿਊ ਜਿਹੜਾ ਰॉ ਮਟੀਰੀਅਲ ਹੈ, ਨਿਊ ਰॉ ਮਟੀਰੀਅਲ ਦੀ ਸਪਲਾਈ ਜਾਂ ਫਿਰ ਡਿਮਾਂਡ ਜਿਹੜੀ ਹੈ ਉਹ ਘੱਟ ਹੈ, ਜਾਂ ਫਿਰ ਉਹਦੀ ਸਪਲਾਈ ਨੂੰ ਅਸੀਂ ਉਹਨਾਂ ਜ਼ਿਆਦਾ ਨਹੀਂ ਲੈ ਰਹੇ, ਮਤਲਬ ਇਹ ਕਹਿੰਦਾ ਕਿ ਅਸੀਂ ਉਹਦਾ ਐਕਸਟ੍ਰੈਕਸ਼ਨ ਜਿਹੜਾ ਹੈ, ਨਵਾਂ ਜਿਹੜਾ ਰॉ ਮਟੀਰੀਅਲ ਹੈ, ਵੀ ਆਰ ਨਾਟ ਐਕਸਟ੍ਰੈਕਟਿੰਗ that to very high limits, right? We are using that very wisely, we are not using it in absolute abundant quantity, ਤੇ ਅਸੀਂ ਕੀ ਕਰ ਰਹੇ ਹਾਂ ਕਿ ਇੰਪਰੂਵ ਕਰ ਰਹੇ ਹਾਂ ਅੱਗੇ ਲਈ, ਸਾਡੇ ਲਈ ਉਹ ਰॉ ਮਟੀਰੀਅਲ ਅਵੇਲੇਬਲ ਰਹਿਣ ਦੇ ਚਾਂਸਸ ਜਾਂ ਫਿਰ ਅਵੇਲੇਬਲ ਰਹੇਗਾ, that is what we are trying to say. then stimulating innovation, ਤੁਸੀਂ ਇਨੋਵੇਟਿਵਲੀ ਤਰੀਕੇ ਨਾਲ ਯੂਜ਼ ਕਰ ਸਕਦੇ ਹੋ ਜੋ ਵੀ ਵੇਸਟ ਪ੍ਰੋਡਕਟਸ ਨੇ ਉਹਨੂੰ। then boosting economic growth, because of course ਜੇ ਤੁਸੀਂ ਸੇਵ ਕਰ ਰਹੇ ਹੋ ਰੁਪੀਸ, every penny saved is a penny earned, ਕਿ ਜੇ ਤੁਸੀਂ ਰੁਪਈਆ ਬਚਾਇਆ ਤੇ ਉਹ ਤੁਸੀਂ ਇੱਕ ਤਰੀਕੇ ਨਾਲ ਕਹਿ ਲਓ ਕਿ ਉਹ ਅੱਗੇ ਲਈ ਇਕਨੋਮਿਕ ਗਰੋਥ ਨੂੰ ਬੂਸਟ ਵੀ ਕਰੇਗਾ, ਐਂਡ ਇਟ ਵਿਲ ਕ੍ਰੀਏਟ ਏਮਪਲੋਇਮੈਂਟ ਆਲਸੋ, ਜਿਹੜੇ ਵੀ ਲੋਕ ਰੀਸਾਈਕਲਿੰਗ ਇੰਡਸਟਰੀ ਵਿੱਚ ਇੰਪਲੋਇਡ ਹੋਣਗੇ, that is creating more jobs. So these all are the benefits we can say of the circular economy, right? ठीक है, ਕੰਕਲੂਜਨ ਦੇਖੋ ਕੀ ਹੈ। ਕੰਕਲੂਜਨ ਇਹ ਹੈ ਕਿ ਇੱਕ ਕੋਟ ਨਾਲ ਐਂਡ ਕਰ ਸਕਦੇ ਹਾਂ ਕਿ ਜਿਹੜੇ ਅੱਜ ਦੇ ਗੁੱਡਸ ਨੇ, the goods of today are the resources of tomorrow, ਹੈ ਨਾ, or at yesterday's resources price, ਕਿ ਅੱਜ ਜਿਹੜੇ ਵੀ ਤੁਸੀਂ ਗੁੱਡਸ ਨੇ ਉਹਨਾਂ ਨੂੰ ਜੇ ਤੁਸੀਂ ਸੇਵ ਕਰੋਗੇ, ਰੀਯੂਜ਼ ਕਰੋਗੇ, ਰੀਸਾਈਕਲ ਕਰੋਗੇ, ਉਹ ਕੱਲ ਦੇ ਤੁਹਾਡੇ ਕੀ ਬਣ ਸਕਦੇ ਨੇ, ਰਿਸੋਰਸਸ ਬਣ ਸਕਦੇ ਨੇ, ਰਾਈਟ। ਕਿਸ ਪ੍ਰਾਈਸ ਤੇ, ਕੱਲ ਦੇ ਪ੍ਰਾਈਸ ਤੇ। ਕਿਉਂ? ਕਿਉਂਕਿ ਤੁਸੀਂ ਨਵੇਂ ਰਿਸੋਰਸਸ, ਨਵਾਂ ਰॉ ਮਟੀਰੀਅਲ ਐਕਸਟ੍ਰੈਕਟ ਨਹੀਂ ਕੀਤਾ, ਤੁਸੀਂ ਪੁਰਾਣੇ ਨੂੰ ਹੀ ਰੀਯੂਜ਼ ਕੀਤਾ, ਰੀਸਾਈਕਲ ਕੀਤਾ, ਰੀਮੈਨੂਫੈਕਚਰ ਕੀਤਾ, ਐਂਡ ਤੁਸੀਂ ਇਕਨੋਮਿਕਲੀ ਵੀ ਪ੍ਰੈਸ਼ੀਅਸ ਰਿਸੋਰਸਸ ਨੂੰ ਸੇਵ ਕੀਤਾ, ਐਂਡ ਜਿਹੜੇ ਇਨਵਾਇਰਨਮੈਂਟ ਹੈ ਉਹਨੂੰ ਵੀ ਹਾਰਮ ਹੋਣ ਤੋਂ ਬਚਾਇਆ, ਰਾਈਟ। ਕਿਉਂ? ਕਿਉਂਕਿ ਨਹੀਂ ਤਾਂ ਤੁਸੀਂ ਕੀ ਕਰਦੇ, ਨਵੇਂ ਸਿਰੇ ਤੋਂ ਮਾਈਨਸ ਤੋਂ ਓਰਸ ਕੱਢਦੇ, ਹੈ ਨਾ, ਉਹਨਾਂ ਚੋਂ ਮੈਟਲ ਕੱਢਦੇ, ਮੈਟਲ ਕੱਢਣ ਤੋਂ ਬਾਅਦ ਉਹਨੂੰ ਫਿਰ ਮੈਨੂਫੈਕਚਰ ਕਰਕੇ ਇੱਕ ਬੈਟਰੀ ਨੂੰ ਪ੍ਰੋਡਿਊਸ ਕਰਦੇ। ਅਸੀਂ ਇੱਥੇ ਕੀ ਕੀਤਾ, ਨਾ ਤਾਂ ਨਵੀਂ ਮਾਈਨ ਚੋਂ ਅਸੀਂ ਓਰ ਕੱਢੀ, ਨਾ ਹੀ ਅਸੀਂ ਨਵਾਂ ਮੈਟਲ ਐਕਸਟ੍ਰੈਕਟ ਕੀਤਾ, ਪੁਰਾਣੇ ਮੈਟਲ ਨੂੰ ਹੀ ਅਸੀਂ ਯੂਜ਼ ਕੀਤਾ। ਸੋ that is going to be a very beneficial step for economy also and for environment also। ਤੇ ਇਸ ਦੇ ਨਾਲ ਅਸੀਂ ਅੱਜ ਦਾ ਡਿਸਕਸ਼ਨ ਖਤਮ ਕਰਦੇ ਹਾਂ। ਜਿਹੜੇ ਪੰਜਾਬ ਸਕਸੈਸ ਮੰਤਰ ਫ੍ਰੀ ਇਨੀਸ਼ੀਏਟਿਵਸ ਤੇ ਪੇਡ ਇਨੀਸ਼ੀਏਟਿਵਸ ਰਨ ਕਰ ਰਿਹਾ, ਉਹ ਤੁਸੀਂ ਦੇਖ ਸਕਦੇ ਹੋ ਇਹਦੇ ਪਿੱਛੇ। ਮਿਲਾਂਗੇ ਇਦਾਂ ਦੀ ਇੱਕ ਨਵੇਂ ਵੀਡੀਓ ਵਿੱਚ। ਅੰਟਿਲ ਦੈਨ ਤੁਸੀਂ ਧਿਆਨ ਰੱਖੋ ਆਪਣਾ, ਸਟੱਡੀ ਵੈਲ, ਟੇਕ ਕੇਅਰ, ਜੈ ਹਿੰਦ ਐਂਡ ਬਾਏ ਬਾਏ।